ਵਾਹਿਗੁਰੂ ਜੀ। ਰੈਨ ਵਿਦੇ ਹੋਈ ਜਬ ਪੋਰਾ, ਮੱਜਨ ਕਰਨ ਗਏ ਪਲ ਠੋਰਾ। ਰੈਨ ਵਿਦੇ ਹੋਈ ਜਬ ਪੋਰਾ, ਮੱਜਨ ਕਰਨ ਗਏ ਪਲ ਠੋਰਾ। ਸਤਨਾਮ ਸਿਰੇ ਵਾਹਿਗੁਰੂ ਜੀ। ਸਿਰ ਗੁਰ ਕੋ ਜਾ ਸਾਗਰ ਰੂਪ, ਉਜਾਗਰ ਹੈ ਸਭ ਲੋਕਨ ਮਾਹੋ। ਮੈਂ ਤਰਨ ਜਿਉ ਤੁਲਹਾ ਕਰਕੇ, ਨਿਜ ਬੁੱਧ ਤੇ ਪਾਰ ਪਰਿਆ ਬਚਾਓ। ਹੋਏ ਅਸੀਂ ਜਗ ਮੈਂ ਅਧਿਕਾਏ, ਤਉ ਮਨ ਮੈਂ ਅਤਿਸ਼ੈ ਉਤਸਾਓ। ਓਚ ਤਰੋ ਜਿਉ ਲਗ ਫਲ ਸੁੰਦਰ, ਬਾਵਨ ਹਾਥ ਪਸਾਰਤ ਤਾਓ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਟਾਈਮ ਤੇ ਗੁਰੂ ਬਾਬਾ ਜੀ ਭਾਈ ਬਾਲੇ ਔਰ ਮਰਦਾਨੇ ਦੇ ਸਮੇਤ ਕਲਯੁਗੀ ਜੀਵਾਂ ਦੀ ਕਲਿਆਣ ਕਰਦਿਆਂ ਹੋਇਆਂ ਕੁਰੂਕਸ਼ੇਤਰ ਦੀ ਉਸ ਪਾਵਨ ਧਰਤੀ ਦੇ ਉੱਪਰ ਪਹੁੰਚੇ ਸੀ, ਜਿੱਥੇ ਹੁਣ ਬਹੁਤ ਵੱਡਾ ਭਾਰਾ ਇੱਕ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ ਹੋਇਆ ਹੈ। ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਚਾਰੇ ਵਰਨਾਂ ਦੇ ਲੋਕ ਇਸ ਸੂਰਜ ਗ੍ਰਹਿਣ ਦੇ ਮੇਲੇ ਦੇ ਮੌਕੇ 'ਤੇ ਤਕਰੀਬਨ ਪਹੁੰਚਿਆ ਹੀ ਕਰਦੇ ਸੀ। ਜਦੋਂ ਪਤਾ ਲੱਗਣਾ ਵੀ ਫਲਾਣੇ ਦਿਨ ਸੂਰਜ ਗ੍ਰਹਿਣ ਦਾ ਬਹੁਤ ਵੱਡਾ ਮੇਲਾ ਭਰਨਾ ਹੈ, ਆਮ ਪਬਲਿਕ ਦੀ ਤਾਂ ਗੱਲੇ ਕੀ ਕਰਨੀ ਹੈ। ਇੱਥੇ ਤਾਂ ਜਿਹੜੇ ਸਾਧੂ ਮਹਾਤਮਾ, ਚਾਹੇ ਕੋਈ ਬੈਰਾਗੀ ਹੈ, ਨਿਰਮਲਾ ਹੈ, ਉਦਾਸੀ ਹੈ, ਸੰਨਿਆਸੀ ਹੈ, ਜੋ ਖੱਟ ਭੇਖਾਂ ਦੇ ਸਾਧੂ ਮਹਾਤਮਾ ਮੰਨੇ ਜਾਂਦੇ ਹਨ, ਤਕਰੀਬਨ ਸਾਰੇ ਕੁਰੂਕਸ਼ੇਤਰ ਦੀ ਇਸ ਧਰਤੀ ਦੇ ਉੱਪਰ ਪਹੁੰਚਿਆ ਕਰਦੇ ਸੀ। ਇਹਨਾਂ ਦੇ ਵਿੱਚੋਂ ਇੱਕ ਨਾਨਕ ਚੰਦ ਨਾਮ ਦਾ ਬੜਾ ਭਾਰਾ ਸੰਸਕ੍ਰਿਤ ਦਾ ਵਿਦਵਾਨ, ਇਹਨੇ ਆਪਣੀ ਵਿਦਿਆ ਦੇ ਬਲ ਦੁਆਰਾ ਸਾਰੇ ਹੀ ਭਾਰਤ ਵਰਸ਼ ਦੇ ਵਿਦਵਾਨਾਂ ਨੂੰ ਜਿੱਤਿਆ ਹੋਇਆ ਸੀ। ਚਾਰੇ ਪਾਸੇ ਆਪ ਲੋਕ ਇਹਨੂੰ ਦਿਗਵਿਜੈ ਕਹਿਣ ਲੱਗ ਪਏ ਸੀ ਵੀ ਵਿਦਿਆ 'ਚ ਇਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਹਨੇ ਵੇਦ ਵਿਆਸ ਜੀ ਦੇ ਜਿਹੜੇ ਲਿਖੇ ਹੋਏ ਪ੍ਰਵਚਨ ਭਵਿੱਖਤ ਪੁਰਾਣ ਦੇ ਵਿੱਚ ਉਹਨਾਂ ਨੂੰ ਵੀ ਬੜੀ
ਮਿਹਨਤ ਦੇ ਨਾਲ ਪੜ੍ਹਿਆ ਹੋਇਆ ਹੈ। ਜਦੋਂ ਇਹਦਾ ਚਾਰੇ ਦੇਸ਼ਾਂ 'ਚ ਬੜਾ ਮਾਣ ਸਤਿਕਾਰ ਹੋਣ ਲੱਗ ਪਿਆ, ਇਹ ਦੇਖਦਿਆਂ ਹੋਇਆਂ ਇਹਦੇ ਮਨ ਦੇ ਵਿੱਚ ਇੱਕ ਭੁਲੇਖਾ ਭਰਮ ਪੈਦਾ ਹੋ ਗਿਆ ਵੀ ਸ਼ਾਇਦ ਮੈਂ ਉਹੀ ਅਵਤਾਰ ਹਾਂ ਜਿਹਦੇ ਪ੍ਰਤੀ ਵੇਦ ਵਿਆਸ ਜੀ ਨੇ ਆਪਣੇ ਅਨੁਭਵ ਦੁਆਰਾ ਪਤਾ ਨਹੀਂ ਕਿਤਨੇ ਸਾਲ ਪਹਿਲਾਂ ਇਹ ਪ੍ਰਵਚਨ ਲਿਖੇ ਹੋਏ ਸੀ। ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਆਇਆ ਇਹ ਕੁਰੂਕਸ਼ੇਤਰ ਦੇ ਮਹਾਨ ਤੀਰਥ ਦੇ ਉੱਪਰ, ਇਹਨੂੰ ਤਾਂ ਉਸ ਸਮੇਂ ਗਿਆਨ ਗੋਸ਼ਟ ਕਰਨੀ ਬੜੀ ਔਖੀ ਹੋ ਗਈ। ਸਤਿਗੁਰੂ ਜੀ ਨੇ ਜਦੋਂ ਐਸੇ ਅਰਬੀ ਬਾਣੀ ਦੇ ਸ਼ਬਦ ਇਹਨਾਂ ਦੇ ਸਾਹਮਣੇ ਉਚਾਰਨ ਕੀਤੇ ਸੀ, ਬੜੀਆਂ ਆਪਣੇ ਵੱਲੋਂ ਮਹਾਰਾਜ ਨੇ ਵੇਦਾਂ ਸ਼ਾਸਤਰਾਂ ਦੀਆਂ ਉਦਾਹਰਣਾਂ ਦਿੰਦਿਆਂ ਹੋਇਆਂ ਇਹਨਾਂ ਦੀਆਂ ਵਿਚਾਰਧਾਰਾ ਨੂੰ ਉਸ ਸਮੇਂ ਖੰਡਨ ਕਰ ਦਿੱਤਾ ਹੈ। ਦੇ ਕਰਕੇ ਦੂਜੇ ਵਿਦਵਾਨ ਪੰਡਤ ਕਹਿਣ ਲੱਗੇ ਵੀ ਹੁਣ ਤੂੰ ਅੱਗੇ ਹੋ ਕੇ ਬੋਲਦੇ ਹੀ ਨਹੀਂ, ਆਪਣੇ ਆਪ ਨੂੰ ਦਿਗਵਿਜੈ ਕੌਣ ਦਾ ਫਾਇਦਾ ਕੀ ਹੋਇਆ ਫਿਰ ਤੈਨੂੰ। ਪਰ ਗੁਰੂ ਬਾਬਾ ਜੀ ਦਾ ਕਿਤਨਾ ਵੱਡਾ ਮਹਾਨ ਤੇਜ ਪ੍ਰਤਾਪ ਜਦੋਂ ਸਤਿਗੁਰੂ ਜੀ ਨੇ ਐਸਾ ਕੌਤਕ ਇਸ ਤੀਰਥ ਦੇ ਉੱਪਰ ਵਰਤਾਇਆ, ਦੇ ਕਰਕੇ ਮਨ ਦਾ ਭਰਮ ਭੁਲੇਖਾ ਦੂਰ ਹੋ ਗਿਆ ਵੀ ਚਲੋ ਕੋਈ ਗੱਲ ਨਹੀਂ, ਮੈਂ ਵਿਦਿਆ ਬੜੀ ਪੜ੍ਹੀ ਹੋਈ ਹੈ, ਚਾਰੇ ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ ਇਹਨਾਂ ਦਾ ਇਹਨੇ ਅਧਿਐਨ ਵੀ ਕੀਤਾ ਹੋਇਆ ਬੜੀ ਮਿਹਨਤ ਦੁਆਰਾ। ਪਰ ਉਹ ਜਿਹੜੀ ਜੋਤ ਅਜੇ ਤੱਕ ਇਹਦੇ ਮਨ ਦੇ ਵਿੱਚ ਪ੍ਰਗਟਤਾ ਨਹੀਂ ਹੋਈ ਸੀ। ਸਤਿਗੁਰੂ ਜੀ ਦਾ ਤੇਜ ਪ੍ਰਤਾਪ ਦੇਖਣ ਸਾਰੇ ਨੂੰ ਤਾਂ ਗੱਲਬਾਤ ਕਰਨੀ ਬੜੀ ਔਖੀ ਹੋ ਗਈ। ਅੱਜ ਦੇ ਦਿਨ ਵੀ ਗੁਰੂ ਬਾਬਾ ਜੀ ਦਾ ਜਿਹੜਾ ਅਵਤਾਰ ਦਿਹਾੜਾ ਤਕਰੀਬਨ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਕੁਦਰਤੀ ਤੌਰ 'ਤੇ ਹੈ, ਪਿੰਡ ਭਾਵੇਂ ਛੋਟਾ ਜਿਹਾ ਕਿਉਂ ਨਾ ਹੋਵੇ, ਉੱਥੋਂ ਦੇ ਰਹਿਣ ਵਾਲੇ ਗੁਰੂ ਕੇ ਪਿਆਰਿਆਂ ਦੇ ਮਨ ਦੇ ਵਿੱਚ ਇਹ ਸ਼ਰਧਾ ਭਾਵਨਾ ਆਪਣੇ ਆਪ ਹੀ ਪੈਦਾ ਹੋ ਜਾਂਦੀ ਹੈ ਵੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਆਪਾਂ ਨੇ ਰਲ ਮਿਲ ਕੇ ਜ਼ਰੂਰ ਮਨਾਉਣਾ ਹੈ। ਕਈ ਤਾਂ ਅੱਗੇ ਪਿੱਛੇ ਵੀ ਕਰਨ ਉਹਨਾਂ ਨੁੱਕਰ ਕਰ ਦਿੰਦੇ ਹਨ ਵੀ ਕੋਈ ਗੱਲ ਨਹੀਂ, ਔਖੇ ਸੌਖੇ ਮਨਾਉਣਾ ਇਸੇ ਦਿਨ ਹੀ ਹੈ। ਕਿਤਨੀ ਸ਼ਰਧਾ ਭਾਵਨਾ ਗੁਰ ਸਿੱਖਾਂ ਦੇ ਮਨ ਦੇ ਅੰਦਰ ਭਰੀ ਹੋਈ ਹੈ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਗੁਰੂ ਘਰ ਦੇ ਵੇਦ ਵਿਆਸ ਪਾਈ ਗੁਰਦਾਸ ਜੀ ਨੇ ਕਿਤਨੇ ਪ੍ਰਵਚਨ ਆਪਣੀਆਂ ਵਾਰਾਂ ਦੇ ਵਿੱਚ ਕੀਤੇ ਹੋਏ ਹਨ। ਘਰ ਘਰ ਬਾਬਾ ਗਾ ਵੀ ਹੈ, ਭਜਨ ਤਾਲ ਮਰਦੰਗਰ ਬਾਬਾ। ਸਤਿਗੁਰੂ ਜੀ ਦੀ ਜੈ ਜੈਕਾਰ ਤਾਂ ਅੱਜ ਵੀ ਉਸੇ ਤਰ੍ਹਾਂ ਤਕਰੀਬਨ ਸਾਰੇ ਵਿਸ਼ਵ ਦੇ ਵਿੱਚ ਚਾਰੇ ਪਾਸੇ ਹੋ ਰਹੀ ਹੈ। ਅਗਰ ਗੁਰੂ ਕੇ ਪਿਆਰੇ ਭਾਵੇਂ ਵਿਦੇਸ਼ਾਂ ਦੇ ਵਿੱਚ ਵੀ ਜਾ ਕਰਕੇ ਬਸ ਗਏ ਹਨ, ਪਰ ਇਹ ਜਿਹੜਾ ਗੁਰੂ ਬਾਬਾ ਜੀ ਦਾ ਅਵਤਾਰ ਦਿਹਾੜਾ ਪ੍ਰੇਮੀ ਬਾਹਰਲੇ ਕੰਟਰੀਆਂ ਦੇ ਵਿੱਚ ਵੀ ਦੇਖੋ ਕਿਤਨੇ ਚਾਵਾਂ ਕਿਤਨੀਆਂ ਖੁਸ਼ੀਆਂ ਦੇ ਨਾਲ ਮਨਾਉਂਦੇ ਹਨ। ਸਤਿਗੁਰੂ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ 'ਚ ਸੰਗਤਾਂ ਦੇ ਵੱਲੋਂ ਪਤਾ ਨਹੀਂ ਕਿਤਨੇ ਵੱਡੇ ਵੱਡੇ ਨਗਰ ਕੀਰਤਨ ਸੰਗਤਾਂ ਕੱਢਦੀਆਂ ਹਨ।
ਜਿਹੜੀ ਵਾਰਤਾ ਅੱਜ ਵੀ ਸਿੱਖ ਜਗਤ ਦੇ ਅੰਦਰ ਬੜੀ ਮਸ਼ਹੂਰ ਹੈ, ਬੜੀ ਪ੍ਰਸਿੱਧ ਹੈ, ਇਹਨੂੰ ਜਾਣਦੇ ਨੇ ਸਾਰੇ, ਕੋਈ ਭੁੱਲਿਆ ਨਹੀਂ ਹੋਇਆ। ਗੁਰੂ ਬਾਬਾ ਜੀ ਨੇ ਕਹਿੰਦੇ ਜਿਹੜੇ 20 ਰੁਪਏ ਉਹਨਾਂ ਸਾਧੂਆਂ ਦੀ ਸੇਵਾ ਦੇ ਵਿੱਚ ਖਰਚ ਕੀਤੇ, ਜਿਹੜੇ ਸੀ ਚੂੜਕਾਣੇ ਦੇ ਜੰਗਲ 'ਚ ਰਹਿਣ ਵਾਲੇ। ਸਾਰਾ ਸਮਾਨ ਮਹਾਰਾਜ ਨੇ 20 ਰੁਪਈਆਂ ਦਾ ਲਾਹੌਰ ਸ਼ਹਿਰ ਤੋਂ ਖਰੀਦ ਕਰਕੇ ਉਹਨਾਂ ਦੀ ਸੇਵਾ ਦੇ ਵਿੱਚ ਭੇਟਾ ਕੀਤਾ। ਬਾਬਾ ਕਲਿਆਣ ਚੰਦ ਜੀ ਨੇ ਤਾਂ ਇਹ ਆਗਿਆ ਕੀਤੀ, ਪੁੱਤਰਾ ਫੜ 20 ਰੁਪਏ, ਇਹਦੇ ਨਾਲ ਤਾਂ ਕਈ ਗੁਣਾ ਕਮਾਈ ਕਰਕੇ ਲਿਆਉਣੀ ਹੈ। ਪਰ ਜਦੋਂ ਉਹਨਾਂ ਸਾਧੂਆਂ ਦਾ ਰਾਹ ਦੇ ਵਿੱਚ ਹੋਇਆ ਦਰਸ਼ਨ, ਗੁਰੂ ਬਾਬਾ ਜੀ ਨੂੰ ਭਾਈ ਵਾਲਾ ਜੀ ਨੂੰ ਕਹਿਣ ਲੱਗੇ ਵੀ ਇਹ ਦੇਖੋ ਕਿਤਨੇ ਸਾਧੂ ਮਹਾਤਮਾ ਜੰਗਲ ਦੇ ਵਿੱਚ ਬੜੇ ਕਠਿਨ ਸਾਧਨ ਕਰ ਰਹੇ ਹਨ, ਇਸ ਤੋਂ ਜ਼ਿਆਦਾ ਲਾਭਦਾਇਕ ਸੌਦਾ ਔਰ ਆਪਾਂ ਨੂੰ ਕਿਹੜਾ ਪ੍ਰਾਪਤ ਹੋਏਗਾ। ਭਾਈ ਵਾਲਾ ਜੀ ਕਹਿਣ ਲੱਗੇ ਮਹਾਰਾਜ ਤੁਹਾਡੀ ਮਰਜ਼ੀ ਹੈ, ਤੁਹਾਡੀ ਮੌਜ ਹੈ, ਮੈਨੂੰ ਤਾਂ ਤੁਹਾਡੇ ਇੱਕ ਨਾਲ ਭੇਜਿਆ ਹੈ। ਬਾਬਾ ਕਲਿਆਣ ਚੰਦ ਜੀ ਨੇ ਮਾਇਆ ਜਿੱਥੇ ਮਰਜ਼ੀ ਤੁਸੀਂ ਖਰਚ ਸਕਦੇ, ਤੁਸੀਂ ਆਪ ਹੀ ਮਾਲਕ ਹੋ, ਪਰ ਆਪਣੇ ਪਿਤਾ ਦੇ ਸੁਭਾਅ ਦੇ ਵੱਲ ਥੋੜ੍ਹਾ ਜਿਹਾ ਨਿਗਾਹ ਮਾਰ ਕੇ ਦੇਖ ਲਓ, ਜੇ ਪਤਾ ਲੱਗ ਗਿਆ ਉਹਨੇ ਉਸੇ ਟਾਈਮ 'ਤੇ ਲੜਾਈ ਕਰਨੀ ਸ਼ੁਰੂ ਕਰ ਦੇਣੀ ਹੈ। ਪਰ ਗੁਰੂ ਬਾਬਾ ਜੀ ਕਹਿਣ ਲੱਗੇ ਭਾਈ ਵਾਲਾ ਜੀ ਕੁਝ ਵੀ ਹੋ ਜਾਵੇ, ਇਹ ਜਿਹੜਾ ਬੜਾ ਲਾਭਦਾਇਕ ਸੌਦਾ ਇਹ ਸਾਥੋਂ ਛੱਡਿਆ ਨਹੀਂ ਜਾਂਦਾ। ਗੁਰੂ ਬਾਬਾ ਜੀ ਭਾਵੇਂ ਅਜੇ ਛੋਟੀ ਉਮਰ ਦੇ ਵਿੱਚ ਹੀ ਸਨ, ਲਾਹੌਰ ਸ਼ਹਿਰ ਤੋਂ 20 ਰੁਪਈਆਂ ਦਾ ਸੁੱਕਾ ਸਿੱਧਾ ਖਰੀਦ ਕਰਕੇ ਜਿਹੜਾ ਸੀ ਇਹਨਾਂ ਦਾ ਸ਼੍ਰੋਮਣੀ ਮਹੰਤ ਸੰਤ ਰਹਿਣ ਕਰਕੇ ਉਹਦੇ ਅੱਗੇ ਭੇਟਾ ਕਰ ਦਿੱਤਾ ਸੀ। ਉਹ ਜਿਹੜਾ 20 ਰੁਪਈਆਂ ਦੇ ਬਦਲੇ ਗੁਰੂ ਬਾਬਾ ਜੀ ਨੇ ਸਾਧੂਆਂ ਦੀ ਕੀਤੀ ਸੇਵਾ, ਕਹਿੰਦੇ ਉਹ 20 ਰੁਪਏ ਤਾਂ ਜਮ੍ਹਾਂ ਪਏ ਨੇ, ਉਸੇ ਤਰ੍ਹਾਂ ਹੀ ਉਸ ਦੇ ਵਿਆਹ ਦੇ ਨਾਲ ਅੱਜ ਤੱਕ ਪਤਾ ਨਹੀਂ ਸੰਗਤਾਂ ਦੇ ਵਿੱਚ ਜਦੋਂ ਵੀ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਆਉਂਦਾ ਹੈ, 2 ਪ੍ਰਕਾਰ ਦੇ ਲੰਗਰ ਚੱਲਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੇ ਵਿੱਚ। ਇੱਕ ਪਾਸੇ ਸ਼ਬਦ ਗੁਰੂ ਦੀ ਵਿਚਾਰ, ਇਹ ਲੰਗਰ ਸੰਗਤਾਂ ਪ੍ਰਾਪਤ ਕਰਦੀਆਂ ਹਨ। ਦੂਸਰੀ ਸਾਈਡ 'ਤੇ ਜਿਹੜੀ ਹੈ ਸਾਡੀ ਜਿਸਮਾਨੀ ਖੁਰਾਕ, ਉਹ ਵੀ ਪਤਾ ਨਹੀਂ ਕਿਤਨੇ ਪਦਾਰਥ ਪ੍ਰੇਮੀ ਆਪਣੇ ਆਪ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਦੇ ਵਿੱਚ ਵਰਤਾਉਂਦੇ ਹਨ। ਅੱਜ ਤੱਕ ਗੁਰੂ ਬਾਬਾ ਜੀ ਦੇ ਉਸ 20 ਰੁਪਈਆਂ ਦੇ ਵਿਆਹ ਦੇ ਨਾਲ ਹੀ ਉਹਨਾਂ ਲੰਗਰਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਵੀ ਕਿਤਨੇ ਵੱਡੇ ਵੱਡੇ ਲੰਗਰ ਗੁਰਸਿੱਖਾਂ ਦੇ ਵੱਲੋਂ ਚਲਾਏ ਜਾਂਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆ ਨੂੰ ਚਾਰੇ ਵਰਨਾਂ ਨੂੰ ਇਹੋ ਜਿਹਾ ਸਾਂਝਾ ਉਪਦੇਸ਼ ਬਖਸ਼ਿਆ। ਇਸ ਮਾਤਲੋ ਦੀ ਧਰਤੀ ਦੇ ਉੱਪਰ ਕਹਿੰਦੇ ਇਹੋ ਜਿਹਾ 16 ਕੁਲ ਪੈਗੰਬਰ ਸਾਂਝਾ ਰਹਿਬਰ ਕੋਈ ਵੀ ਪੈਦਾ ਨਹੀਂ ਹੋਇਆ। ਪਹਿਲੇ ਯੁੱਗਾਂ ਦੇ ਵਿੱਚ ਵੀ ਸਮੇਂ ਸਮੇਂ ਦੇ ਮੁਤਾਬਕ ਭਗਵਾਨ ਨੇ ਬੜੇ ਪੀਰ ਪੈਗੰਬਰ ਔਲੀਏ ਅਵਤਾਰ ਭੇਜੇ ਸੀ। ਸਤਿਯੁਗ ਤੈ ਮਾਣਿਓ ਚਲਿਓ ਬਲ ਬਾਵਨ ਭਾਇਓ, ਤ੍ਰੇਤੈ ਤਾ ਮਾਣਿਓ ਰਾਮ ਰਗਵੰਸ ਕਹਾਇਓ,
ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਹਨਾਂ ਅਵਤਾਰਾਂ ਨੂੰ ਤਾਂ ਪਰਮਾਤਮਾ ਦੇ ਵੱਲੋਂ ਜਿਹੜੀਆਂ ਕਲਾ, ਇਹ ਵੀ ਕੋਈ 14 ਕਲਾ, ਕਈਆਂ ਨੂੰ ਆਪਾਂ 16 ਕਲਾ ਸੁਣਦੇ ਹਾਂ ਵੀ 16 ਕਲਾ ਜਾਂ 14 ਕਲਾ ਪ੍ਰਾਪਤ ਹੋਈਆਂ, ਪਰ ਇੱਥੇ ਤਾਂ ਅਨੰਤ ਕਲਾ ਹੋਏ ਠਾਕਰ ਚੜ੍ਹਿਆ। ਕੋਈ ਉਹਨਾਂ ਕਲਾ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਅਨੰਤ ਕਲਾ ਹੋਏ ਠਾਕਰ ਚੜ੍ਹਿਆ, ਜਿਹੜੀ ਰਾਹ ਰੀਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 4 ਉਦਾਸੀਆਂ ਦੇ ਮੌਕੇ ਜਿੱਥੇ ਵੀ ਸਤਿਗੁਰੂ ਜੀ ਨੇ, ਚਾਹੇ ਪਿੰਡ ਹੈ, ਚਾਹੇ ਸ਼ਹਿਰ ਹੈ, ਚਾਹੇ ਨਗਰ ਹੈ, ਉੱਥੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਹਰੇਕ ਥਾਂ 'ਤੇ ਸਤਿਗੁਰੂ ਜੀ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਇਹ ਵਿਸ਼ੇਸ਼ ਤੌਰ 'ਤੇ ਹਦਾਇਤ ਕਰਿਆ ਕਰਦੇ ਸੀ, ਭਾਈ ਇੱਥੇ ਤੁਸੀਂ ਧਰਮਸ਼ਾਲਾ ਆਪਣੇ ਸ਼ਹਿਰ ਜਾਂ ਪਿੰਡ ਦੇ ਵਿੱਚ ਤਿਆਰ ਕਰਵਾਓ। ਉੱਥੇ ਕਿਸੇ ਅਤਿਥੀ ਸਾਧੂ ਮਹਾਤਮਾ ਨੂੰ ਟਿਕਾ ਕੇ ਸਵੇਰੇ ਸ਼ਾਮ ਪਰਮਾਤਮਾ ਦਾ ਨਾਮ ਵੀ ਜਪਣਾ, ਸੰਗਤ ਦੇ ਵਿੱਚ ਆ ਕੇ ਲਾਹੇ ਵੀ ਪ੍ਰਾਪਤ ਕਰਨੇ ਹਨ। ਉੱਥੇ ਸਤਿਗੁਰੂ ਜੀ ਨਾਲ ਦੀ ਨਾਲ ਆ ਲੰਗਰ ਦੀ ਜਿਹੜੀ ਪਰੰਪਰਾ, ਇਹ ਵੀ ਆਪਣੇ ਵੱਲੋਂ ਉਹਨਾਂ ਨੂੰ ਚਲਾਉਣ ਦੇ ਲਈ ਵਿਸ਼ੇਸ਼ ਤੌਰ 'ਤੇ ਹੁਕਮ ਕਰਿਆ ਕਰਦੇ ਸਨ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਗੁਰੂ ਬਾਬਾ ਜੀ ਨੇ ਤਾਂ ਕੇਵਲ ਤੇ ਕੇਵਲ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਨਿਰੰਕਾਰ ਦਾ ਹੁਕਮ ਮੰਨਦਿਆਂ ਹੋਇਆਂ ਭੁੱਲੇ ਪੜ ਕੇ ਜੀਵਾਂ ਨੂੰ ਕਲਯੁਗ ਨਾਨਕ ਨਾਮ ਸੁਖਾਲਾ, ਜਿਹੜਾ ਸਾਰਿਆਂ ਨਾਲੋਂ ਸੌਖਾ ਸਾਧਨ ਹੈ। ਕਲਯੁਗ ਦੇ ਵਿੱਚ ਸਤਿਗੁਰੂ ਜੀ ਨੇ ਹਮੇਸ਼ਾ ਦੇ ਲਈ ਭੁੱਲੇ ਪੜ ਕੇ ਜੀਵਾਂ ਨੂੰ ਨਾਮ ਔਰ ਬਾਣੀ ਦੇ ਨਾਲ ਜੋੜਿਆ ਸੀ। ਅੱਜ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਭਾਵੇਂ ਪ੍ਰੇਮੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਵਸ ਗਏ ਹਨ, ਇਹ ਗੁਰੂ ਬਾਬਾ ਜੀ ਦੇ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਭਰੀਆਂ ਹੋਈਆਂ ਹਨ। ਜਦੋਂ ਵੀ ਹਰੇਕ ਸਾਲ ਇਹ ਸਤਿਗੁਰੂ ਜੀ ਦਾ ਅਵਤਾਰ ਦਿਹਾੜਾ ਨੇੜੇ ਆ ਜੇ, ਇਹ ਚਾਹ, ਇਹ ਜਿਹੜੇ ਖੇੜੇ ਉਸੇ ਟਾਈਮ 'ਤੇ ਹੀ ਵੱਡੇ ਭਾਗਾਂ ਵਾਲਿਆਂ ਦੇ ਮਨ ਦੇ ਵਿੱਚ ਪੈਦਾ ਹੋਣ ਲੱਗ ਪੈਂਦੇ ਹਨ। ਜਿੱਥੇ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਬਹੁਤ ਵੱਡੇ ਵੱਡੇ ਇਤਿਹਾਸਕ ਸਥਾਨਾਂ 'ਤੇ ਸੰਗਤਾਂ ਦੀ ਇਹ ਨਹੀਂ ਪਤਾ ਲੱਗਦਾ ਵੀ ਕਿਤਨੀ ਭੀੜ ਗੁਰੂ ਬਾਬਾ ਜੀ ਦੇ ਅਵਤਾਰ ਦਿਹਾੜੇ ਦੇ ਮੌਕੇ 'ਤੇ ਇਕੱਤਰ ਹੋ ਜਾਂਦੀ ਹੈ। ਸੋ ਮਹਾਂਪੁਰਖਾਂ ਦੇ ਪਾਵਨ ਸਥਾਨ 'ਤੇ ਜਿੱਥੇ ਸਤਿਗੁਰੂ ਜੀ ਦਾ ਅਵਤਾਰ ਦਿਹਾੜਾ ਅੱਜ ਚਾਰੇ ਪਾਸੇ ਸ਼੍ਰੀ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਪ੍ਰੇਮੀ, ਭਾਵੇਂ ਕੋਈ ਹਿੰਦੁਸਤਾਨ 'ਚ ਰਹਿੰਦਾ ਹੈ ਚਾਹੇ ਵਿਦੇਸ਼ਾਂ ਦੇ ਵਿੱਚ ਬੈਠਾ ਹੈ, ਸਾਰੇ ਇਸ ਅਵਤਾਰ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਨੇ। ਕੁਦਰਤੀ ਤੌਰ 'ਤੇ ਸ਼੍ਰੀ ਨਾਨਕ ਪ੍ਰਕਾਸ਼ ਸਤਿਗੁਰੂ ਜੀ ਦੀ ਕਥਾ ਵੀ ਉਹੀ ਚੱਲ ਰਹੀ ਹੈ। ਜਿਹੜੇ ਚਾਅ, ਜਿਹੜੀਆਂ ਖੁਸ਼ੀਆਂ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਭਰੀਆਂ ਹੋਈਆਂ ਹਨ। ਸੋ ਗੁਰੂ ਬਾਬਾ ਜੀ ਨੇ ਕੈਸੀ ਇੱਕ ਸੁੰਦਰ ਮਰਜ਼ਾਦਾ ਕਾਇਮ ਕੀਤੀ।
ਕਲਯੁਗ ਦੇ ਸਮੇਂ ਦੇ ਵਿੱਚ ਵੀ ਗੁਰੂ ਕੋ ਪਿਆਰਿਆਂ ਨੂੰ ਦੋਵੇਂ ਤਰ੍ਹਾਂ ਦੇ ਲੰਗਰ ਚਲਾਉਣ ਵਾਸਤੇ ਹੁਕਮ ਕੀਤਾ। ਦੋਵੇਂ ਤਰ੍ਹਾਂ ਦੀਆਂ ਖੁਰਾਕਾਂ ਵੱਡੇ ਭਾਗਾਂ ਵਾਲੇ ਪ੍ਰੇਮੀ ਸਤਿਗੁਰੂ ਜੀ ਦੇ ਅਵਤਾਰ ਦਿਹਾੜੇ ਦੇ ਮੌਕੇ 'ਤੇ ਆਪਣੇ ਆਪ ਹੀ ਪ੍ਰਾਪਤ ਕਰ ਲੈਂਦੇ ਹਨ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਐਸੀ ਸ਼ਰਧਾ ਭਾਵਨਾ, ਉਹਨਾਂ ਨੇ ਤਾਂ ਫਿਰ ਗੁਰਮਤਿ ਦੀਆਂ ਵਿਚਾਰਾਂ, ਰੱਬੀ ਬਾਣੀ ਦੇ ਕੀਰਤਨ ਦੇ ਵੀ ਲਾਹੇ ਪ੍ਰਾਪਤ ਕਰ ਲੈਣੇ ਨੇ ਇਹਨਾਂ ਦਿਨਾਂ 'ਚ। ਦੂਸਰੇ ਪਾਸੇ ਜਿਸਮਾਨੀ ਖੁਰਾਕ ਹੈ ਤਾਂ ਹਰੇਕ ਨੂੰ ਹੀ ਸੁਤੈ ਸਿੱਧ ਗੁਰੂ ਬਾਬਾ ਜੀ ਦੇ ਦਰ ਘਰ ਦੇ ਵਿੱਚ ਪ੍ਰਾਪਤ ਹੋ ਰਹੀ ਹੈ। ਸੋ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ, ਲੱਖ ਲੱਖ ਖੁਸ਼ੀਆਂ ਹੋਣ। ਉਸ ਸਮੇਂ ਜਿਹੜਾ ਸੀ ਨਾਨੋ ਪੰਡਤ, ਉਹਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਹੱਥ ਜੋੜਦਿਆਂ ਹੋਇਆਂ ਸਾਰੇ ਲੋਕਾਂ ਦੇ ਕੋਲੋਂ ਆਪਣੀ ਮੁਆਫੀ ਮੰਗੀ ਵੀ ਮੈਂ ਤਾਂ ਐਵੇਂ ਵਿਦਿਆ ਪੜ੍ਹ ਕੇ ਆਪਣੇ ਆਪ ਨੂੰ ਨਾਨਕ ਚੰਦ ਦੁਨੀਆ ਦੇ ਵਿੱਚ ਖਵਾਉਣ ਲੱਗ ਪਿਆ ਸੀ। ਦਰਅਸਲ ਇਹ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪਰਥਾਏ ਵੇਦ ਵਿਆਸ ਜੀ ਨੇ ਪਹਿਲਾਂ ਹੀ ਜਿਹੜੇ ਅਗਾਮੀ ਬਚਨ ਭਵਿੱਖਤ ਪੁਰਾਣ ਦੇ ਵਿੱਚ ਉਚਾਰਨ ਕੀਤੇ ਹੋਏ ਹਨ। ਜਿਹੜਾ ਹਾਂਸੀ ਸ਼ਹਿਰ ਤੋਂ ਚੱਲ ਕਰਕੇ ਸਾਹਿਬਜ਼ਾਦਾ ਆਪਣੀ ਮਾਂ ਦੇ ਸਮੇਤ ਪਹੁੰਚਿਆ, ਉਹਨੂੰ ਵੀ ਗੁਰੂ ਬਾਬਾ ਜੀ ਕਹਿਣ ਲੱਗੇ ਵੀ ਇਉਂ ਕਰੋ, ਤੁਸੀਂ ਜਾ ਕੇ ਆਪਣੇ ਇਲਾਕੇ 'ਚ ਥੋੜ੍ਹੀ ਬਹੁਤੀ ਸੈਨਾ ਇਕੱਠੀ ਕਰ ਲਓ, ਆ ਜਿਹੜਾ ਰਾਜ ਭਾਗ ਤੁਹਾਨੂੰ ਪ੍ਰਾਪਤ ਹੋ ਜਾਣਾ। ਇਹਨਾਂ ਨੇ ਬਚਨ ਮੰਨਿਆ। ਥੋੜ੍ਹੀ ਬਹੁਤੀ ਜਿਵੇਂ ਕਮੇ ਸੈਨਾ ਇਕੱਠੀ ਕਰਕੇ ਜਦੋਂ ਆਪਣੇ ਬੈਰੀਆਂ ਦੁਸ਼ਮਣਾਂ ਦੇ ਉੱਪਰ ਕੀਤਾ ਹੱਲਾ, ਥੋੜ੍ਹੇ ਟਾਈਮ ਤੋਂ ਬਾਅਦ ਉਹਨਾਂ ਦੇ ਜਿਹੜੇ ਪੈਰ ਮੈਦਾਨੇ ਜੰਗ ਦੇ ਵਿੱਚੋਂ ਹੱਲ ਗਏ। ਫੌਜਾਂ ਚਾਰੇ ਪਾਸੇ ਦੌੜ ਗਈਆਂ। ਗੁਰੂ ਬਾਬਾ ਜੀ ਕਿਤਨੇ ਦਿਆਲੂ ਕਿਰਪਾਲੂ ਸਨ, ਜਿਹੜੀ ਉਹਨਾਂ ਦੇ ਮਨ ਦੇ ਵਿੱਚ ਕਾਮਨਾ ਜੋ ਵੀ ਇੱਛਾ ਧਾਰਨ ਕਰਕੇ ਆਏ ਸੀ ਨਾ, ਦੋਵੇਂ ਹੀ ਮਾਂ ਪੁੱਤ। ਰਾਣੀ ਕਹਿਣ ਲੱਗੀ ਬੇਟਾ ਉਹ ਸਾਹਮਣੇ ਫਕੀਰ ਬੈਠੇ ਨੇ, ਖੁਦਾ ਦੇ ਆਪਾਂ ਚਲੇ ਚੱਲਦੇ ਹਾਂ। ਐਸੇ ਜਿਹੜੇ ਖੁਦਾ ਦੇ ਪਿਆਰੇ ਦੀਨਾ ਗਰੀਬਾਂ ਨਾਥਾਂ ਦੀ ਹਮੇਸ਼ਾ ਵਾਸਤੇ ਬਾਹ ਪਕੜਿਆ ਕਰਦੇ ਹਨ। ਕੋਈ ਪਤਾ ਨਹੀਂ ਜਿਨ੍ਹਾਂ ਦੀ ਕੋਈ ਐਸੀ ਰਹਿਮਤ ਕਿਰਪਾ ਹੋਗੀ, ਆਪਣੀਆਂ ਮੱਥੇ ਦੀਆਂ ਜਿਹੜੀਆਂ ਤਕਦੀਰਾਂ ਬਦਲ ਵੀ ਸਕਦੀਆਂ ਹਨ। ਹੋਇਆ ਵੀ ਐਸੇ ਹੀ ਸਤਿਗੁਰੂ ਜੀ ਨੇ ਇਹੋ ਜਿਹੀ ਕਿਰਪਾ ਕੀਤੀ ਇਹਨਾਂ ਦੋਵਾਂ ਦੇ ਉੱਪਰ। ਵਿਚਾਰੇ ਭਾਵੇਂ ਕਦੇ ਤਾਂ ਸੀ ਰਾਜ ਭਾਗ ਦੇ ਮਾਲਕ, ਪਰ ਹੁਣ ਗਰੀਬਾਂ ਕੰਗਾਲਾਂ ਦੇ ਨਾਲੋਂ ਵੀ ਹੌਲੇ ਹੋਏ ਫਿਰਦੇ ਸੀ ਨਾ ਕੋਈ ਖਾਣ ਨੂੰ ਭੋਜਨ ਪਾਣੀ, ਨਾ ਕੋਲੇ ਮਾਇਆ। ਇਹਨਾਂ ਨੂੰ ਤਾਂ ਆਪਣੇ ਆਉਣ ਵਾਲੀ ਜ਼ਿੰਦਗੀ ਬਤੀਤ ਕਰਨ ਦੀ ਵੀ ਮਨ ਦੇ ਵਿੱਚ ਚਿੰਤਾ, ਬੜਾ ਫਿਕਰ ਬਣਿਆ ਹੋਇਆ ਸੀ ਵੀ ਪਤਾ ਨਹੀਂ ਕਿਵੇਂ ਅਸੀਂ ਆਪਣੀ ਦਿਨ ਕੱਟੀ ਕਰਨੀ ਹੈ। ਪਰ ਜਦੋਂ ਸਤਿਗੁਰੂ ਜੀ ਨੇ ਬਚਨ ਕੀਤਾ, ਜਾ ਕਰਕੇ ਮਾੜਾ ਜਿਹਾ ਹਮਲਾ ਬੋਲਿਆ, ਨਾਲ ਦੀ ਨਾਲ ਜਿਹੜੀ ਸੈਨਾ ਚਾਰੇ ਪਾਸੇ ਦੌੜ ਗਈ। ਇਹਨਾਂ ਨੂੰ ਵੀ ਸਤਿਗੁਰੂ ਜੀ ਨੇ ਆਪਣੇ ਵੱਲੋਂ ਰਾਜ ਭਾਗ ਦੀ ਬਖਸ਼ਿਸ਼ ਕੀਤੀ। ਇੱਥੋਂ ਚੱਲ ਕਰਕੇ ਸਤਿਗੁਰੂ ਜੀ ਜੋ ਹੈ ਭਾਰਤ ਵਰਸ਼ ਦਾ ਮੁੱਖ ਤੀਰਥ ਹਰਿਦੁਆਰ, ਉਸ ਥਾਂ 'ਤੇ ਪਹੁੰਚ ਗਏ। ਇਸ ਥਾਂ 'ਤੇ ਵੀ ਬਹੁਤ ਵੱਡਾ ਕਵੀ ਜੀ ਨੇ ਲਿਖਿਆ ਵੀ ਮਹਾਪੁਰਬ
ਬਹੁਤ ਵੱਡਾ ਜੋੜ ਮੇਲਾ ਭਰਿਆ ਹੋਇਆ ਸੀ। ਚਾਰੇ ਪਾਸੇ ਯਾਤਰੂਆਂ ਦੀ ਭੀੜ ਜੁੜੀ ਹੋਈ ਹੈ। ਜਦੋਂ ਸਤਿਗੁਰੂ ਜੀ ਚਲਦਿਆਂ ਜਿੱਥੇ ਹੈ ਅੱਜ ਕੱਲ੍ਹ ਹਰ ਕੀ ਪੌੜੀ ਗੰਗਾ ਦੇ ਕਿਨਾਰੇ 'ਤੇ ਆਮ ਤੌਰ 'ਤੇ ਸਾਰੇ ਜਿਹੜੇ ਸਨਾਤਨ ਮਤ ਨੂੰ ਧਾਰਨ ਕਰਨ ਵਾਲੇ ਵੀ ਹਰ ਕੀ ਪੌੜੀ 'ਤੇ ਇਸ਼ਨਾਨ ਕਰੋ। ਇੱਥੇ ਆਪਾਂ ਨੂੰ ਬੜਾ ਫਲ ਬੜਾ ਲਾਭ ਪ੍ਰਾਪਤ ਹੋਏਗਾ। ਬੜੀ ਉੱਥੇ ਭੀੜ ਹੁੰਦੀ ਹੈ। ਹਰ ਕੀ ਪੌੜੀ ਦੇ ਉੱਪਰ ਜਦੋਂ ਵੀ ਕੋਈ ਐਸੇ ਪੁਰਬਾਂ ਦਾ ਹੋਵੇ ਟਾਈਮ, ਗੁਰੂ ਬਾਬਾ ਜੀ ਵੀ ਜਦੋਂ ਚੱਲ ਕੇ ਹਰ ਕੀ ਪੌੜੀ ਦੇ ਨੇੜੇ ਹੀ ਮਹਾਰਾਜ ਦਾ ਜਿਹੜਾ ਸਥਾਨ ਹੁਣ ਤੱਕ ਉਸੇ ਤਰ੍ਹਾਂ ਕਾਇਮ ਹੈ, ਉਸ ਥਾਂ 'ਤੇ ਸਤਿਗੁਰੂ ਜੀ ਨੇ ਲਗਾ ਲਏ ਆਪਣੇ ਡੇਰੇ। ਜਦੋਂ ਚਾਰੇ ਵਰਨਾਂ ਦੇ ਲੋਕਾਂ ਨੇ ਆ ਕਰਕੇ ਨਾ ਉੱਥੇ ਹਰ ਕੀ ਪੌੜੀ 'ਤੇ ਇਸ਼ਨਾਨ ਕੀਤਾ ਤੇ ਫਿਰ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪੁਸ਼ਾਕੋ ਸੀਸਨ ਵਾਇਓ। ਫਿਰ ਸੂਰਜ ਦੇਵਤੇ ਨੂੰ ਬੁੱਕ ਭਰ ਕੇ ਉਹ ਸਮੇਂ ਪਾਣੀ ਦੇਣ ਲੱਗ ਪਏ ਸਨ। ਇਤਿਹਾਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਰੈਨ ਬੀਤੀ ਹੋਈ ਜਬ ਪੂਰਾ। ਜਦੋਂ ਗੁਰੂ ਬਾਬਾ ਜੀ ਨੇ ਭਾਈ ਬਾਲੇ ਔਰ ਮਰਦਾਨੇ ਦੇ ਸਮੇਤ ਇੱਕ ਰਾਤ ਬਤੀਤ ਕੀਤੀ ਹੈ। ਮੱਜਨ ਕਰਨ ਗਏ ਪਲ ਠੋਰਾ। ਜਦੋਂ ਅਗਲੇ ਦਿਨ ਦਾ ਚੜ ਗਿਆ ਸੂਰਜ, ਜਿੱਥੇ ਹੁਣ ਬੜੀ ਪਵਲਕ ਹਰ ਕੀ ਪੌੜੀ ਤੇ ਇਸ਼ਨਾਨ ਕਰਨ ਦੇ ਲਈ ਪਹੁੰਚ ਗਈ ਹੈ। ਕਈ ਲੱਛ ਮੱਜਨ ਨਰ ਕਰੀ। ਕਈ ਲੱਛ, ਇੱਕ ਨਹੀਂ ਦੋ ਨਹੀਂ, ਕਵੀ ਜੀ ਨੇ ਕਈ ਲੱਖਾਂ ਦੀ ਜਿਹੜੀ ਗਿਣਤੀ, ਜਿਹੜੇ ਵੀ ਯਾਤਰੂ ਚਲੋ ਆਪੋ ਆਪਣੀ ਸ਼ਰਧਾ ਭਾਵਨਾ ਦੇ ਮੁਤਾਬਕ ਹਰ ਦੁਆਰ ਉਸ ਥਾਂ 'ਤੇ ਪਹੁੰਚੇ ਹੋਏ ਸਨ। ਲੱਖਾਂ ਦੀ ਗਿਣਤੀ ਦੇ ਜੇ ਵਿੱਚ ਪ੍ਰਾਣੀ ਉਸ ਥਾਂ 'ਤੇ ਹੁਣ ਇਸ਼ਨਾਨ ਕਰਨ ਲੱਗ ਪਏ ਨੇ। ਪਾਓ ਭਗਤ ਕੋ ਉਰਮੈ ਤਰਹੀ। ਜੋ ਵੀ ਇਹਨਾਂ ਦੇ ਮਨ ਦੇ ਵਿੱਚ ਇੱਕ ਤੀਰਥਾਂ ਦੇ ਉੱਪਰ ਬੜੀ ਸ਼ਰਧਾ ਭਾਵਨਾ ਭਰੀ ਹੋਈ ਹੈ। ਦੇ ਸੂਰਜ ਕੋ ਨੀਰ ਕਨੇਰਾ। ਹੁਣ ਹਰ ਕੀ ਪੌੜੀ ਤੇ ਗੰਗਾ ਦੇ ਵਿੱਚ ਕਰਕੇ ਪ੍ਰਵੇਸ਼ ਬੁੱਕ ਭਰ ਕੇ ਨਾ ਆਪਣੇ ਵੱਲੋਂ ਫਿਰ ਸੂਰਜ ਦੇਵਤੇ ਨੂੰ ਦੇਣ ਲੱਗ ਪਏ ਹਨ। ਫਿਰ ਨੇ ਮਨ ਛਿਨ ਚੌਂਦਸ ਫੇਰਾ। ਆਪਣੇ ਖਿਆਲਾਂ ਦੇ ਮੁਤਾਬਕ ਇਹ ਵੀ ਜਿਹੜਾ ਸਾਡਾ ਸੂਰਜ ਦੇਵਤੇ ਨੂੰ ਦਿੱਤਾ ਹੋਇਆ ਜਲ ਇਹ ਪਿੱਤਰਾਂ ਤੱਕ ਪਹੁੰਚ ਜਾਣਾ, ਇਹੀ ਉਹਨਾਂ ਨੇ ਮਨ ਦੇ ਵਿੱਚ ਮਕਸਦ ਧਾਰਨ ਕੀਤਾ ਹੋਇਆ ਸੀ। ਬੁੱਕ ਭਰ ਕੇ ਸੂਰਜ ਦੇਵਤੇ ਵੱਲ ਡੋਲੀ ਤਾਂ ਜਾਂਦੇ ਨੇ ਜ਼ਰੂਰ, ਪਰ ਮਨ ਕਿਸੇ ਦਾ ਵੀ ਇਕਾਗਰ ਨਹੀਂ ਹੋਇਆ। ਤਿਨ ਕੇ ਵਿੱਚ ਪਹੁੰਚੇ ਜਬ ਹੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਵੱਡੀ ਭਾਰੀ ਪਵਲਕ ਦੀ ਯਾਤਰੂਆਂ ਦੀ ਭੀੜ ਦੇ ਵਿੱਚ ਆਪ ਹੀ ਚੱਲ ਕਰਕੇ ਪ੍ਰਵੇਸ਼ ਕਰ ਗਏ ਹਨ। ਨਾਨਕੀਨ ਸ੍ਰੀ ਸਤਿਗੁਰ ਤਬਹੀ। ਹੁਣ ਇਸ ਤੀਰਥ ਨੂੰ ਪਵਿੱਤਰ ਕਰਨ ਦੇ ਲਈ ਗੁਰੂ ਬਾਬਾ ਜੀ ਨੇ ਆਪ ਜਾ ਕਰਕੇ ਉਹਨਾਂ ਦੇ ਵਿਚਕਾਰ ਇਸ਼ਨਾਨ ਵਗੈਰਾ ਕੀਤਾ। ਪਛਮ ਦਿਸ ਮੁਖ ਕਰ ਗੁਣ ਖਾਨੀ। ਜਿਹੜੇ ਹੋਰ ਲੱਖਾਂ ਦੀ ਤਾਦਾਦ ਦੇ ਵਿੱਚ ਪਹੁੰਚੇ ਹੋਏ ਨਾ ਯਾਤਰੂ ਜਨ, ਉਹਨਾਂ ਨੇ ਤਾਂ ਆਪਣਾ ਮੂੰਹ ਪੂਰਬ ਦੇ ਵੱਲ ਕੀਤਾ ਹੋਇਆ ਵੀ ਜਿਸ ਦਿਸ਼ਾ ਦੇ ਵੱਲੋਂ ਆ
ਸੂਰਜ ਦੇਵਤਾ ਜੀ ਪ੍ਰਗਟ ਹੁੰਦੇ ਹਨ, ਸੂਰਜ ਦੇਵਤਾ ਚੜ੍ਹਦਾ ਹੈ, ਪਰ ਗੁਰੂ ਬਾਬਾ ਜੀ ਨੇ ਉਲਟ ਇਹਨਾਂ ਦੇ ਵੱਲ ਪਿੱਠ ਕਰ ਲਈ, ਆਪਣਾ ਜਿਹੜਾ ਮੁੱਖ ਪਛੋਂ ਦੀ ਬਾਈ ਵੱਲ ਕੀਤਾ ਹੋਇਆ ਹੈ। ਕਰ ਅੰਜੁਲ ਸੋ ਸਿੰਚਤ ਪਾਣੀ, ਜਿਵੇਂ ਹੋਰ ਲੋਕ ਪੂਰਬ ਦੇ ਵੱਲ ਮੂੰਹ ਕਰਕੇ ਵੱਡੇ ਵੱਡੇ ਬੁੱਕ ਭਰ ਭਰ ਕੇ ਵਿੱਚੀ ਡੋਲੀ ਜਾਂਦੇ ਨੇ ਗੰਗਾ ਜਲ ਦੇ, ਗੁਰੂ ਬਾਬਾ ਜੀ ਨੇ ਆਪਣਾ ਨੂਰਾਨੀ ਚਿਹਰਾ ਪਛੋਂ ਦੇ ਵੱਲ ਕਰਕੇ ਜਿਵੇਂ ਕਰਿਆ ਕਰਦੇ ਸੀ ਉਸ ਸਮੇਂ ਬੁੱਕ ਭਰ ਭਰ ਕੇ ਵਿੱਚੇ ਹੀ ਡੋਲਣ ਲੱਗ ਪਏ ਹਨ। ਕਿਤਕ ਕਾਲ ਕਰ ਇਸੀ ਪ੍ਰਕਾਰਾ, ਜਦੋਂ ਕੁਝ ਕੁ ਟਾਈਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਕੌਤਕ ਬੜੀ ਜਿਹੜੀ ਪਬਲਿਕ ਦੀ ਭੀੜ ਹੈ ਨਾ ਉਹਦੇ ਵਿੱਚ ਖੜਿਆ ਕਰਕੇ ਲੀਲਾ ਵਰਤਾਈ ਹੈ। ਸੁਰ ਸਰ ਕੇ ਮਦ ਖਰੇ ਉਦਾਰਾ, ਸੁਰ ਸਰ ਕੇ ਮਦ ਖਰੇ ਉਦਾਰਾ, ਉਦਾਰਾ ਦੀਨ ਦੁਨੀਆ ਦੇ ਮਾਲਕ ਆਪ ਗੰਗਾ ਮਈਆ ਦੇ ਜਲ ਦੇ ਵਿੱਚ ਵਿਚਕਾਰ ਜਾ ਕੇ ਖੜੇ ਹੋ ਗਏ ਹਨ। ਲੋਕ ਬਿਲੋਕਤ ਅਚਰਜ ਮਾਨੈ, ਹੁਣ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਦੇ ਵੱਲ ਕਰ ਲਈ ਨਾ ਪਿੱਠ ਦੇ ਕਰਕੇ ਸਾਰੇ ਲੋਕ ਮਨ ਦੇ ਵਿੱਚ ਬੜੇ ਹੈਰਾਨ ਹੋਣ ਲੱਗ ਵੀ ਆ ਨਵੇਂ ਇੱਕ ਇਹੋ ਜਿਹਾ ਯਾਤਰੂ ਪਤਾ ਨਹੀਂ ਕਿੱਥੋਂ ਚੱਲ ਕਰਕੇ ਸਾਡੇ ਵਿੱਚ ਆ ਗਿਆ। ਜਿਵੇਂ ਗੁਰੂ ਬਾਬਾ ਜੀ ਜਦੋਂ ਮੱਕਾ ਮਦੀਨਾ ਦੀ ਯਾਤਰਾ ਗਏ ਉਸ ਸਮੇਂ ਵੀ ਰਾਹ 'ਚ ਹੀ ਅੱਧਾ ਕੁ ਜਿਹੜਾ ਪੈਕ ਮਾਰਾਂ ਨੇ ਮੁਸਲਮਾਨਾਂ ਵਾਲਾ ਅੱਧਾ ਕੁ ਬਾਣਾ ਬਣਾ ਲਿਆ, ਹਿੰਦੂਆਂ ਵਾਲਾ ਪਤਾ ਹੀ ਲੱਗਦਾ ਵੀ ਹਿੰਦੂ ਨੇ ਜਾਂ ਮੁਸਲਮਾਨ ਨੇ। ਆਪਣੇ ਮੱਥੇ ਦੇ ਉੱਪਰ ਤਿਲਕ ਦੇ ਕਰਕੇ ਉਸ ਸਮੇਂ ਕਾਜੀ ਮਲਾਣੇ ਬੜੇ ਹੈਰਾਨ ਹੋਣ ਲੱਗ ਪਏ। ਐਸੀ ਕਲਾ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਵਰਤਾਈ, ਹੋਰ ਤਾਂ ਸਾਰੇ ਉਹਨਾਂ ਨੇ ਆਪਣਾ ਮੂੰਹ ਕੀਤਾ ਹੋਇਆ ਸੂਰ ਦੇ ਵੱਲ। ਸਤਿਗੁਰੂ ਜੀ ਨੇ ਆਪਣੀ ਜਿਹੜੀ ਬੈਠਾ ਕੀਤੀ ਹੋਈ ਹੈ ਕੌਣ ਸੇ ਬਚਨ ਬਖਾਨੈ, ਉਸ ਸਮੇਂ ਸਤਿਗੁਰੂ ਜੀ ਦਾ ਕੌਤਕ ਦੇ ਕਰਕੇ ਹੈਰਾਨਗੀ ਤਾਂ ਆਪਣੇ ਆਪ ਹੀ ਪੈਦਾ ਹੋਣੀ ਸੀ। ਸਾਰਿਆਂ ਦੇ ਮਨ ਦੇ ਵਿੱਚ ਵੀ ਕਿਹੜਾ ਕਿਹੋ ਜਿਹਾ ਆ ਮੁਸਾਫਰ ਯਾਤਰੂ, ਅਸੀਂ ਤਾਂ ਪਹਿਲੀ ਵਾਰੀ ਆ ਹਰਿਦੁਆਰ ਦੀ ਧਰਤੀ ਦੇ ਉੱਪਰ ਦੇਖਿਆ। ਹਿੰਦੂ ਕਿਦੋਂ ਤੁਰਕ ਹੈ ਕੋਈ, ਹੁਣ ਜਦੋਂ ਇਹੋ ਜਿਹੀਆਂ ਵਿਚਾਰਾਂ ਮਨ ਦੇ ਵਿੱਚ ਸਾਰਿਆਂ ਦੀ ਪੈਦਾ ਹੋਣ ਲੱਗ ਪਈ, ਪਤਾ ਤਾਂ ਕਰੋ ਵੀ ਹਿੰਦੂ ਹੈ ਜਾਂ ਫਿਰ ਇਹ ਕੋਈ ਮੁਸਲਮਾਨ ਘਰਾਣੇ ਦਾ ਮੁਸਾਫਰ ਆ ਗਏ ਹੈ। ਜਾਨੀ ਜਾਏ ਨਾ ਏਗਤ ਜੋਈ, ਆਮ ਦੁਨਿਆਵੀ ਲੋਕਾਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਵੀ ਹਿੰਦੂ ਨੇ ਜਾਂ ਫਿਰ ਮੁਸਲਮਾਨ ਮਤ ਦੇ ਮੁਸਾਫਰ ਹਨ। ਇਸ ਪ੍ਰਕਾਰ ਉਰ ਅਚਰਜ ਤਰਕ, ਦੇ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬੜੀ ਹੈਰਾਨਗੀ ਪੈਦਾ ਹੋਣ ਲੱਗ ਪਈ ਹੈ। ਬੂਝਤ ਗੁਰਸੋ ਬਚਨ ਉਚਰਕ, ਔਰ ਕਈ ਸਿਆਣੇ ਪਾਂਡਿਆਂ ਨੇ ਆ ਕਰਕੇ ਗੁਰੂ ਬਾਬਾ ਜੀ ਨੂੰ ਫਿਰ ਪੁੱਛ ਹੀ ਲਿਆ ਹੈ। ਹਿੰਦੂ ਕਿਦੋਂ ਤੁਰਕ ਤੂੰ ਕੋਈ, ਨੇੜੇ ਹੋ ਕੇ ਸਾਰੀ ਗੱਲ ਬਾਤ ਕਰਨ ਲੱਗੇ। ਕਹਿ ਲੱਗਾ ਫਕੀਰ ਸਾਈਂ ਪਹਿਲਾਂ ਤੂੰ ਇਉਂ ਦੱਸ, ਤੂੰ ਹਿੰਦੂ ਹੈ ਜਾਂ ਫਿਰ ਤੈਂ ਤੁਰਕ ਮਤ ਨੂੰ ਧਾਰਨ ਕੀਤਾ ਹੋਇਆ? ਕਹੋ ਸਾਚ ਨੇ ਰੱਖੋ ਗੋਈ, ਇਹ ਜਿਹੜੀ ਵਾਰਤਾ ਤੈਂ ਗੁਪਤ ਨਹੀਂ ਰੱਖਣੀ, ਸਾਡੇ ਪਾਸ ਸੱਚੀ ਜਿਹੜੀ ਗੱਲ ਕਹਿਣੀ ਹੈ। ਤੁਰਕ ਜਹ ਗੰਗਾ ਕਿਉਂ ਆਇਓ, ਜਿਹੜੇ ਤੁਰਕ ਮੁਸਲਮਾਨ ਹੋਣ ਉਹ ਤਾਂ ਕਦੇ ਵੀ ਹਿੰਦੂਆਂ ਦੇ ਤੀਰਥਾਂ ਦੇ ਉੱਪਰ ਚੱਲ ਕੇ ਆਉਂਦੇ ਹੀ ਨਹੀਂ, ਨਾ ਉਹਨਾਂ ਨੇ ਕਦੇ ਇਸ਼ਨਾਨ ਵਗੈਰਾ ਵੀ ਨਹੀਂ ਕੀਤਾ ਹੈ। ਮਿਲ ਹਿੰਦਨ ਮੈਂ ਨਾਨ ਰਚਾਇਓ, ਪਰ ਤੂੰ ਆ ਕਰਕੇ ਇੱਕ ਮੁਸਲਮਾਨ ਤੁਰਕ ਹੋਣ ਦੇ ਬਾਵਜੂਦ ਵੀ ਸਾਡੇ ਵਿੱਚ ਆ ਕੇ ਇਸ਼ਨਾਨ ਕਰਨ ਲੱਗ ਪਿਆ ਹੈ। ਜੈ ਹਿੰਦੂ ਪੱਛਮ ਮੁਖ ਕਰਕੇ, ਵੀ ਜੇ ਕੋਈ ਹਿੰਦੂ ਹੋਵੇ ਉਹਦਾ ਮੂੰਹ ਹਮੇਸ਼ਾ ਵਾਸਤੇ ਸੂਰਜ ਦੇਵਤੇ ਵੱਲ ਹੋਇਆ ਕਰਦਾ ਹੈ। ਨਾਏ ਦੇਤ ਜਲ ਕਿਆ ਕੋ ਵਿਚਰ ਕੇ, ਵੀ ਇੱਧਰ ਸਾਰਿਆਂ ਦੇ ਵੱਲ ਕਰਕੇ ਨਾ ਪਿੱਠ ਆ ਤੁਸੀਂ ਬੁੱਕ ਬਾਰ ਕਰਕੇ
ਗੰਗਾ ਜਲ ਦੇ ਕਿਹਦੇ ਪਾਸ ਪਹੁੰਚਾ ਰਹੇ ਹੋ? ਇਤ ਦਿਸ ਕਿਸਕੋ ਦੇਵੇਂ ਪਾਨੀ। ਕਈ ਸਿਆਣੇ ਬ੍ਰਾਹਮਣ ਔਰ ਪਾਂਡਿਆਂ ਨੇ ਆ ਕਰਕੇ ਗੁਰੂ ਬਾਬਾ ਜੀ ਦੇ ਨਾਲੇ ਗੱਲਬਾਤ ਕੀਤੀ ਹੈ। ਕਹੇ ਰੀਤ ਨਹੀਂ ਠਾਨੀ। ਕਿਸ ਦੇ ਆਖੇ ਲੱਗ ਕਰਕੇ ਤਾਂ ਇੱਥੇ ਹਿੰਦੁਸਤਾਨ ਦੇ ਬਹੁਤ ਵੱਡੇ ਮਹਾਨ ਤੀਰ ਦੇ ਉੱਪਰ ਆਪਣੀ ਨਵੀਂ ਮਰਜ਼ਾਦਾ ਤੋਰ ਲਈ ਹੈ। ਸੁਣ ਕਰ ਬੋਲੇ ਕਿਰਪਾ ਨਿਦਾਨਾ। ਉਸ ਸਮੇਂ ਸੁਣ ਕਰਕੇ ਕਿਰਪਾ ਦੇ ਖਜ਼ਾਨੇ ਦਇਆ ਦੇ ਸਾਗਰ ਬੇਪਰਵਾਹ ਗੁਰੂ ਬਾਬਾ ਜੀ ਨੇ ਬਚਨ ਕੀਤਾ ਹੈ। ਤੁਮ ਇਤ ਦਿਸ਼ ਜਲ ਦਿਓ ਕਿਆ ਜਾਨਾ। ਉਹਨਾਂ ਨੂੰ ਪੁੱਛਣ ਲੱਗੇ, ਭਾਈ ਤੁਸੀਂ ਪਹਿਲਾਂ ਦੱਸੋ ਵੀ ਤੁਸੀਂ ਪੂਰਬ ਦੇ ਵੱਲ ਕਰਕੇ ਆਪਣਾ ਮੂੰਹ ਇਹ ਜੋ ਤੁਸੀਂ ਬੁੱਕ ਭਰ ਕੇ ਜਲ ਦੇ ਵਿੱਚ ਡੋਲੀ ਜਾਂਦੇ ਹੋ, ਇਹ ਕਿਸ ਥਾਂ ਤੇ ਆਪਣਾ ਪਹੁੰਚਾਉਣਾ ਚਾਹੁੰਦੇ ਹੋ? ਕਹਿ ਤੁਮ ਦੇਹੋ ਕੌਣ ਤੈ ਲਈ। ਕੌਣ ਤੁਹਾਡਾ ਆ ਜਿਹੜਾ ਗੰਗਾ ਜਲ ਬੁੱਕ ਭਰ ਕੇ ਡੋਲਿਆ ਹੋਇਆ ਕਿਹੜਾ ਪ੍ਰਾਪਤ ਕਰਦਾ ਹੈ? ਪ੍ਰਥਮ ਬਤਾਵੋ ਮੁਝ ਕੋ ਸਈ। ਗੁਰੂ ਬਾਬਾ ਜੀ ਕਹਿਣ ਲੱਗੇ, ਤੁਸੀਂ ਦੱਸੋ ਪਹਿਲਾਂ ਵੀ ਗੰਗਾ ਦਾ ਜਲ ਬੁੱਕ ਭਰ ਕੇ ਉਹਦੇ ਵਿੱਚ ਹੀ ਡੋਲੀ ਜਾਂਦੇ ਹੋ, ਇਹ ਤੁਹਾਡਾ ਜਿਹੜਾ ਡੋਲਿਆ ਹੋਇਆ ਪਾਣੀ ਦੱਸੋ ਤੁਸੀਂ ਆਪਣੇ ਵੱਲੋਂ ਕਿਸ ਥਾਂ ਤੇ ਪਹੁੰਚਾਉਣ ਦੇ ਲਈ ਮਨ ਦੇ ਵਿੱਚ ਵਿਚਾਰ ਧਾਰਨ ਕੀਤੀ ਹੋਈ ਹੈ? ਨਰ ਬੋਲੇ ਜੇ ਪਿਤਰ ਹਮਾਰੇ। ਉਹ ਸਮੇਂ ਜੋ ਵੀ ਇਹਨਾਂ ਦੇ ਮਨ ਦੇ ਵਿੱਚ ਬੜੇ ਐਸੇ ਭਰਮ ਭੁਲੇਖੇ ਕਈ ਸਦੀਆਂ ਤੋਂ ਬ੍ਰਾਹਮਣਾਂ ਨੇ ਬਿਠਾਏ ਹੋਏ ਸੀ, ਕਹਿਣ ਲੱਗੇ ਵੀ ਅਸੀਂ ਤਾਂ ਇਹ ਜਿਹੜਾ ਜਲ ਬੁੱਕ ਭਰ ਕੇ ਆਪਣੇ ਪਿਤਰਾਂ ਨੂੰ ਤ੍ਰਿਪਤ ਕਰਨ ਦੇ ਲਈ ਉਸ ਥਾਂ ਤੇ ਪਹੁੰਚਾਉਂਦੇ ਆ। ਤਿਨ ਕੋ ਜਲ ਦੇ ਨਾਏ ਸਕਾਰੇ। ਇਹ ਜਿਹੜਾ ਅਸੀਂ ਸਵੇਰੇ ਸ਼ਾਮ ਰੋਜ਼ ਦੀ ਰੋਜ਼ ਆਪਣੇ ਘਰਾਂ ਦੇ ਵਿੱਚ ਸੂਰਜ ਦੇਵਤੇ ਦੇ ਅੱਗੇ ਬੁੱਕ ਭਰ ਕੇ ਪਾਣੀ ਜੋ ਵੀ ਡੋਲਦੇ ਆ, ਇਹ ਸਾਡੇ ਪਿਤਰਾਂ ਦੇ ਪਾਸ ਪਹੁੰਚ ਜਾਂਦਾ ਹੈ। ਜਲ ਲੈ ਕਰ ਸੋ ਹਵੈ ਤ੍ਰਿਪਤਾਈ। ਉਹ ਸਾਡਾ ਇਹ ਜਲ ਲੈ ਕਰਕੇ ਨਾ ਬੜੇ ਤ੍ਰਿਪਤ ਹੋ ਜਾਂਦੇ ਹਨ। ਹਮਕੋ ਸਦਾ ਹੋਤ ਸੁਖਦਾਈ। ਫਿਰ ਉਹਨਾਂ ਪਿਤਰਾਂ ਨੇ ਸਾਨੂੰ ਸਾਰੇ ਸੁੱਖ ਵੀ ਆ ਪਰਿਵਾਰਾਂ ਦੇ ਵਿੱਚ ਤੰਦਰੁਸਤੀ ਫਿਰ ਉਹ ਸਾਡੇ ਜਿਹੜੇ ਪਿਤਰ ਬਖਸ਼ਦੇ ਰਹਿੰਦੇ ਹਨ। ਸ੍ਰੀ ਗੁਰ ਤਿਨ ਸੋ ਬੈਨ ਉਚਾਰੈ। ਉਹ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਮੁਸਾਫਰਾਂ ਪਾਂਡੇ ਔਰ ਬ੍ਰਾਹਮਣ ਲੋਕਾਂ ਨੂੰ ਆਪ ਪੁੱਛਣ ਲੱਗੇ। ਜਦੋਂ ਐਸੀ ਗੱਲਬਾਤ ਉਹਨਾਂ ਨੇ ਆਪਣੇ ਵੱਲੋਂ ਕੀਤੀ ਹੈ, ਕਿਤਕ ਦੂਰ ਹੈ ਪਿਤਰ ਤੁਮਾਰੇ। ਗੁਰੂ ਬਾਬਾ ਜੀ ਪੁੱਛਣ ਲੱਗੇ ਵੀ ਪਹਿਲਾਂ ਇਉਂ ਦੱਸੋ, ਆ ਜਿਹੜੇ ਤੁਹਾਡੇ ਪਿਤਰ ਧਰਤੀ ਤੋਂ ਕਿਤਨੀ ਕੁ ਦੂਰੀ ਤੇ ਬੈਠੇ ਹਨ? ਜਿਨ ਕੋ ਜਲ ਤਮ ਦੇਤ ਸਦਾਈ। ਜਿਨ੍ਹਾਂ ਨੂੰ ਤੁਸੀਂ ਸਦਾਈ ਰੋਜ਼ ਦੀ ਰੋਜ਼ ਸੂਰਜ ਦੇਵਤੇ ਦੇ ਅੱਗੇ ਬੁੱਕ ਭਰ ਕੇ ਪਾਣੀ ਡੋਲਤਾ ਕਹਿੰਦੇ ਹੋ, ਇਹ ਸਾਡਾ ਜਿਹੜਾ ਜਲ ਪਿਤਰਾਂ ਨੂੰ ਪ੍ਰਾਪਤ ਹੁੰਦਾ ਹੈ। ਗੁਰੂ ਬਾਬਾ ਜੀ ਪੁੱਛਣ ਲੱਗੇ, ਇਉਂ ਦੱਸੋ ਵੀ ਆ ਧਰਤੀ ਤੋਂ ਤੁਹਾਡੇ ਜਿਹੜੇ ਪਿੱਤਰ ਪਤਾ ਨਹੀਂ ਕਦੋਂ ਦੇ ਮਰੇ ਹੋਏ ਹਨ, ਧਰਤੀ ਤੋਂ ਕਿਤਨੀ ਦੂਰੀ ਤੇ ਉਹਨਾਂ ਦਾ ਵਾਸਾ ਹੈ? ਲੈ ਕਰ ਜੋ ਹੋਵਤ ਤ੍ਰਿਪਤਾਈ। ਵੀ ਜਿਹੜਾ ਤੁਹਾਡਾ ਇੱਥੇ ਡੋਲਿਆ ਹੋਇਆ ਗੰਗਾ ਦਾ ਜਲ ਹੀ ਹੈ ਨਾ, ਬੁੱਕ ਭਰ ਕੇ ਵਿੱਚ ਹੀ ਡੋਲ ਦਿੰਦੇ ਹੋ, ਇਹ ਜਿਹੜਾ ਤੁਹਾਡਾ ਦਿੱਤਾ ਹੋਇਆ ਪਾਣੀ ਪਿੱਤਰਾਂ ਨੂੰ ਦੱਸੋ ਕਿਵੇਂ ਪਹੁੰਚਦਾ ਹੈ? ਨਰ ਬੋਲੇ ਮਤਵਾਨੇ ਜੋ। ਮਤਵਾਨੇ ਜੋ ਜਿਹੜੇ ਸੀ ਉਹਨਾਂ ਦੇ ਵਿੱਚੋਂ ਕੁਝ ਕੁ ਸਿਆਣੇ ਪੜ੍ਹੇ ਲਿਖੇ ਪਾਂਡੇ ਵਿਦਵਾਨ ਲੋਕ ਗੁਰੂ ਬਾਬਾ ਜੀ ਦੇ ਪਾਸ ਆ ਕੇ ਫਿਰ ਕਹਿਣ ਲੱਗੇ ਆਪਣੇ ਵੱਲੋਂ, ਕਿਤਕ ਸਹੰਸਰ ਜੋਜਨ ਸੋ। ਕਹਿ ਲਗਾ ਫਕੀਰ ਸਾਈਂ ਪੱਕਾ ਤਾਂ ਸਾਨੂੰ ਕੋਈ ਪਤਾ ਹੈ ਨਹੀਂ, ਪਰ ਕਈ ਹਜ਼ਾਰਾਂ ਕੋਹਾਂ ਦੀ ਦੂਰੀ ਤੇ ਸਾਡੇ ਜਿਹੜੇ ਪਿੱਤਰ ਬੈਠੇ ਹਨ। ਸ੍ਰੀ ਗੁਰ ਸੁਨ ਸਰੋਨਨ ਤਨਵਾਨੀ। ਜਦੋਂ ਉਹਨਾਂ ਦੀਆਂ ਇਹੋ ਜੀਆਂ ਭਰਮਾਂ ਵਾਲੀਆਂ
ਗੱਲਾਂ ਬਾਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਸੁਣ ਲਈਆਂ ਹਨ। ਦਿਨ ਵਿਸਾਲ ਲਗੇ ਪੁਨ ਪਾਨੀ। ਉਸੇ ਤਰ੍ਹਾਂ ਫਿਰ ਗੁਰੂ ਬਾਬਾ ਜੀ ਇਹਨਾਂ ਦੇ ਵੱਲ ਕਰਕੇ ਨਾ ਆਪਣੀ ਪਿੱਠ ਗੰਗਾ ਦੇ ਜਲ ਦੇ ਵਿੱਚ ਖੜਿਆ ਹੋ ਕੇ ਬੁੱਕ ਭਰ ਕੇ ਉਸੇ ਤਰ੍ਹਾਂ ਡੋਲਣ ਲੱਗ ਪਏ ਸਾਰਿਆਂ ਦੇ ਸਾਹਮਣੇ ਹੀ। ਪਛਮ ਦਿਸ਼ਾ ਬਦਨ ਕੋ ਕਰਕੇ। ਆਪਣਾ ਜਿਹੜਾ ਸੁੰਦਰ ਨੂਰਾਨੀ ਚਿਹਰਾ ਗੁਰੂ ਬਾਬਾ ਜੀ ਨੇ ਪੱਛੋਂ ਦੀ ਦਿਸ਼ਾ ਦੇ ਵੱਲ ਕੀਤਾ ਹੋਇਆ। ਗੇਰਹਿ ਜਲ ਬੋ ਅੰਜੁਲ ਭਰ ਕੇ। ਬੁੱਕ ਭਰ ਕੇ ਗੁਰੂ ਬਾਬਾ ਜੀ ਨੇ ਉਸੇ ਤਰ੍ਹਾਂ ਆਪਣੇ ਜਿਹੜਾ ਜਲ ਡੋਲਣਾ ਸ਼ੁਰੂ ਕਰ ਦਿੱਤਾ ਸੀ। ਪੂਜਨ ਲਗੇ ਬਹੁਰ ਨਰਸੋ। ਹੁਣ ਜਿਹੜੇ ਬੜੇ ਹੁਣ ਜਾਤਰੂ ਪੰਡਤ ਪਾਂਡੇ ਇਕੱਠੇ ਹੋ ਗਏ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਰੀ ਗੱਲਬਾਤ ਪੁੱਛਣ ਲੱਗੇ ਵੀ ਸਾਡੀ ਗੱਲ ਦਾ ਤੈਂ ਜਵਾਬ ਅਜੇ ਤੱਕ ਕਿਉਂ ਨਹੀਂ ਦਿੱਤਾ? ਤੈ ਨਿਜ ਬਾਤ ਬਤਾਏ ਨਾ ਕੋ। ਆ ਜਲ ਜਿਹੜਾ ਤੁਸੀਂ ਡੋਲਦੇ ਹੋ ਨਾ ਬੁੱਕ ਭਰ ਕੇ ਗੰਗਾ ਮਈਆ ਦੇ ਵਿੱਚ, ਇਹ ਕਿਹਨੂੰ ਜਾਂਦਾ ਹੈ? ਇਹਦੇ ਬਾਰੇ ਤੁਸੀਂ ਸਾਨੂੰ ਕੋਈ ਆਪਣਾ ਭੇਤ ਨਹੀਂ ਦੱਸਿਆ। ਹਿੰਦੂ ਤੁਰਕ ਕੌਣ ਹੈ ਜਾਤੀ। ਅਜੇ ਤੱਕ ਸਾਨੂੰ ਤੁਹਾਡੇ ਬਾਰੇ ਪਤਾ ਨਹੀਂ ਲੱਗਿਆ ਵੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ। ਇਤ ਜਿਸ ਜਲ ਦੇ ਕਹਿ ਤ੍ਰਿਪਤਾਈ। ਵੀ ਆ ਪੱਛੋਂ ਦੇ ਵੱਲ ਕਰਕੇ ਜੋ ਤੁਸੀਂ ਬੁੱਕ ਭਰ ਕੇ ਜਲ ਦੇ ਡੋਲ ਰਹੇ ਹੋ, ਇਹਦੇ ਨਾਲ ਕਿਹਨੂੰ ਫਿਰ ਤ੍ਰਿਪਤੀ ਪ੍ਰਾਪਤ ਹੋਣੀ ਹੈ? ਦੋਹਰਾ ਸੁਣ ਕੇ ਬੋਲੇ ਬਚਨ ਕੋ ਸ੍ਰੀ ਬੇਦੀ ਕੁਲ ਕੇਤ। ਜ਼ਿਆਦਾ ਹੁਣ ਇਹਨਾਂ ਸਾਰਿਆਂ ਦੇ ਮਨ ਦੇ ਵਿੱਚ ਬੜਾ ਵਹਿਮ, ਬੜਾ ਭੁਲੇਖਾ ਪੈਦਾ ਹੋ ਗਿਆ ਵੀ ਪੁੱਛੋ ਤਾਂ ਸਹੀ ਇਹਨਾਂ ਨੂੰ, ਇਹ ਪੱਛਮ ਦੇ ਵੱਲ ਕਰਕੇ ਮੂੰਹ ਬਾਣੀ ਪਤਾ ਨਹੀਂ ਕਿਹਦੇ ਪਾਸ ਪਚਾ ਰਹੇ ਹਨ। ਹੁਣ ਜਿਸ ਪ੍ਰਕਾਰ ਗੁਰੂ ਬਾਬਾ ਜੀ ਨੇ ਆਪਣੇ ਬਚਨਾਂ ਦੁਆਰਾ ਇਹਨਾਂ ਨੂੰ ਉੱਤਰ ਦੇਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਸੁਣ ਕੇ ਬਚਨ ਬੋਲੇ ਸ੍ਰੀ ਬੇਦੀ ਕੁਲ ਕੇਤ। ਜਬ ਸੁਰਸਰ ਨਾਵਨ ਆਇਓ ਪੁਰਨਿਜ ਬੋਇਓ ਖੇਤ। ਸੁਨ ਕੇ ਬੋਲੇ ਬਚਨ ਕੋ ਸ੍ਰੀ ਬੇਦੀ ਕੁਲ ਕੇਤ। ਜਬ ਸੁਰਸਰ ਨਾਵਨ ਆਇਓ ਪੁਰ ਨਿਜ ਬੋਇਓ ਖੇਤ। हे चौथे पार ब्रह्म अविनाशी ਅਗਨਾਸ।